Well, students, so now we move with another topic from Unit 4, that is tetrachloric correlation and phi coefficient of correlation. So let's move with this topic. Yes, tetrachronic and phi coefficient correlation, ਜਿਵੇਂ ਕਿ ਨਾਮ ਤੋਂ ਹੀ ਆ, ਜਿਵੇਂ ਪਹਿਲਾਂ ਵੀ ਅਸੀਂ combination ਚ similar kind ਇੱਥੇ ਵੀ ਸਾਡੇ ਕੋਲ ਕੀ ਆਏਗਾ, ਇਹ ਜਿਹੜੇ method ਆ that is in combination form. So tetrachronic, that is RT, it's especially useful when a researcher want to find out the relationship between attributes. ਇਹਦੇ ਚ ਕੀ ਹੋਏਗਾ, ਜਿਹੜਾ ਸਾਡੇ ਕੋਲ ਸਕੋਰ ਆ, ਜਿਵੇਂ ਹੁਣ ਬਾਇਓਸੀਰੀਅਲ ਦੇ ਵਿੱਚ ਕੀ ਕੀਤਾ ਸੀ ਅਸੀਂ, ਗਰੁੱਪ ਡਿਵਾਈਡ ਜਦੋਂ ਡਿਵਾਈਡ ਕੀਤਾ ਇਨ ਦੈਟ ਟਾਈਮ, ਇੱਕ ਚੀਜ਼ ਧਿਆਨ ਰੱਖੀ ਸੀ, ਡਿਵਾਈਡ ਕਰਨ ਲੱਗੇ ਗਰੁੱਪ ਨੂੰ ਜਦੋਂ ਕੱਟ ਕੀਤਾ ਤਾਂ ਇੱਕੋ ਵੇਰੀਏਬਲ ਨੂੰ ਅਸੀਂ ਡਿਕੋਟਮਸ ਵੇ ਨਾਲ ਕੀਤਾ, ਬਾਈਫਰਕੇਟ ਕੀਤਾ, ਦੋ ਹਿੱਸਿਆਂ ਚ ਕੱਟ ਕੀਤਾ। ਬਟ ਇੱਥੇ ਜਿਹੜੀ ਅਸੀਂ ਕੱਟ ਕਰਨਾ, ਕਿਉਂਕਿ ਕਟਿੰਗ ਸਾਡੀ ਕੀ ਹੋਏਗੀ, ਆਰਟੀਫਿਸ਼ਲੀ ਕਟਿੰਗ ਹੋਏਗੀ। ਸੋ ਜਿਹੜਾ ਵੀ ਅਸੀਂ ਕੱਟ ਕਰ ਰਹੇ ਹਾਂ, ਦੈਟ ਕੱਟ ਇੱਥੇ ਸਾਡੇ ਕੋਲ ਕੱਟ ਕੀ ਹੋਏਗਾ, ਦੋਨੋਂ ਵੇਰੀਏਬਲਸ ਨੂੰ ਕੱਟ ਕਰਾਂਗੇ, ਦੋਨੋਂ ਵੇਰੀਏਬਲਸ ਨੂੰ ਗਰੁੱਪ ਚ ਵੰਡਾਂਗੇ। ਫॉर एग्जांपल ਸੋਸ਼ਲ ਐਡਜਸਟਮੈਂਟ ਆ ਤੇ ਇੱਕ ਇੰਟੈਲੀਜੈਂਸ। ਹੁਣ ਇੱਥੇ ਕੀ ਕਰਾਂਗੇ ਅਸੀਂ, ਸੋਸ਼ਲ ਐਡਜਸਟਮੈਂਟ ਨੂੰ ਵੀ ਸੋਸ਼ਲੀ ਵੈਲ ਐਡਜਸਟਡ ਤੇ ਸੋਸ਼ਲੀ ਪੂਅਰ ਐਡਜਸਟ ਡਿਵਾਈਡ ਕਰ ਲਿਆ, ਤੇ ਇੰਟੈਲੀਜੈਂਸ ਨੂੰ ਵੀ ਡਿਵਾਈਡ ਕਰ ਲਿਆ ਅਬਵ ਐਵਰੇਜ ਤੇ ਬਿਲੋ ਐਵਰੇਜ। when these kind of two variables are to be correlate genuinely dichotomous classify ਕਰਾਂਗੇ, ਜਾਂ ਅਸੀਂ truly discrete ਉਹਨੂੰ ਕਰਾਂਗੇ, two classes ਵਿੱਚ divide ਕਰਾਂਗੇ separately, real group ਸਾਨੂੰ show ਹੋਏਗਾ ਜਾਂ real gap show ਹੋਏਗਾ between that kind of groups and that time. Another technique that we use, that is phi coefficient, means ਇੱਥੇ ਕੀ ਹੋਏਗਾ, ਜਦੋਂ ਅਸੀਂ ਟੂ ਡਿਕੋਟਮਸ ਵੇਰੀਏਬਲਸ ਨੂੰ ਕਰਦੇ ਹਾਂ ਉਸ ਟਾਈਮ ਤੇ ਕੀ ਯੂਜ਼ ਹੋਏਗਾ, phi ਯੂਜ਼ ਹੋਏਗਾ। ਮੀਨਸ ਜਦੋਂ ਅਸੀਂ ਟੂ ਡਿਕੋਟਮਸ ਕਿਸ ਚੀਜ਼ ਦੀ ਕਰ ਰਹੇ ਹਾਂ, ਦੋਨੋਂ ਵੇਰੀਏਬਲਸ ਦੀ ਕਰ ਰਹੇ ਹਾਂ। ਜਦੋਂ ਇੱਕ ਵੇਰੀਏਬਲ ਦੀ ਟੂ ਡਿਕੋਟਮਸ ਕਰ ਰਹੇ ਹਾਂ, ਦੈਟ ਮੀਨਸ ਅਸੀਂ ਕੀ ਕਰ ਰਹੇ ਹਾਂ, ਪੁਆਇੰਟ ਬਾਈਸਿਕਲ ਯੂਜ਼ ਕਰਾਂਗੇ। ਸਿਮਿਲਰਲੀ ਜਦੋਂ ਆਰਟੀਫਿਸ਼ਲੀ ਅਸੀਂ ਗਰੁੱਪ ਨੂੰ ਕੱਟ ਕਰ ਰਹੇ ਹਾਂ, ਇੱਕ ਗਰੁੱਪ ਨੂੰ ਕੱਟ ਕਰਾਂਗੇ ਤਾਂ ਬਾਈਸਿਕਲ ਲੱਗੇਗਾ, ਜਦੋਂ ਦੋਨੋਂ ਗਰੁੱਪ ਦੀ ਕਟਿੰਗ ਕੀਤੀ ਹੋਏਗੀ ਤਾਂ ਟੈਟਰਾਕ੍ਰੋਨਿਕ ਮੈਥਡ ਲੱਗੇਗਾ। ਗॉट इट। ਸੋ ਇੱਥੇ ਕੀ ਹੋਏਗਾ, ਲਾਈਕ ਅਸੀਂ ਕਹਿੰਦੇ ਮੈਰਿਡ ਅਨਮੈਰਿਡ ਹੋ ਗਿਆ, ਫੀਬਲ ਮਾਈਂਡਡ ਨਾਰਮਲ ਹੋ ਗਿਆ, ਇੱਥੇ ਕੀ ਲੱਗੇਗਾ, phi coefficient ਯੂਜ਼ ਹੋਏਗਾ। phi coefficient may be used also for continuous variables which has been grouped into two categories। ਤੇ ਇੱਥੇ ਕੀ ਹੋਏਗਾ, ਜ਼ਿਆਦਾਤਰ ਕੀ ਕਰਾਂਗੇ, ਜਦੋਂ ਅਸੀਂ ਸਪਲਿਟ ਕਰਨਾ ਗਰੁੱਪ ਨੂੰ, ਕੰਟੀਨਿਊਸ ਸਾਡੇ ਕੋਲ ਕੀ ਹੋਏਗਾ, ਡਾਟਾ ਹੋਏਗਾ, ਬਟ ਜਦੋਂ ਅਸੀਂ ਡਾਟਾ ਨੂੰ ਸਪਲਿਟ ਕਰਨਾ ਤਾਂ ਅਸੀਂ ਮੀਡੀਅਨ ਤੋਂ ਸਪਲਿਟ ਕਰਾਂਗੇ। ਜਦੋਂ ਅਸੀਂ ਮੀਡੀਅਨ ਤੋਂ ਸਪਲਿਟ ਕੀਤਾ, ਦੋ ਹਿੱਸੇ ਸਾਡੇ ਕੋਲ ਬਣ ਗਏ, ਦੈਟ ਟਾਈਮ ਜਿਹੜਾ ਅਸੀਂ ਫਾਰਮੂਲਾ ਯੂਜ਼ ਕਰਾਂਗੇ, ਦੈਟ ਇਜ਼ phi coefficient। ਇਟ ਮੇ ਬੀ ਨੋਟਿਸ ਜਦੋਂ ਅਸੀਂ ਬੇਸਿਕਲੀ ਕੀ ਹੈ, ਜੇ ਮੈਂ ਰਿਲੇਸ਼ਨ ਦੀ ਗੱਲ ਕਰਦੀ, ਮੈਂ ਸ਼ੁਰੂਆਤ ਇਸ ਤਰੀਕੇ ਨਾਲ ਕੀਤੀ ਹੈ, ਜਿਵੇਂ ਬਾਇਸੀਰੀਅਲ ਤੇ ਪੁਆਇੰਟ ਬਾਇਸੀਰੀਅਲ ਦਾ ਕੋਰਿਲੇਸ਼ਨ ਆ, ਆਪਸ ਵਿੱਚ ਰਿਲੇਸ਼ਨ ਬਣਦਾ, ਸਿਮਿਲਰਲੀ ਟੈਟਰਾਕ੍ਰੋਨਿਕ ਤੇ phi coefficient ਦਾ ਵੀ ਸੇਮ ਰਿਲੇਸ਼ਨ ਆ, ਦੋਨੋਂ ਸੇਮ ਰਿਲੇਸ਼ਨ ਕੀ ਕਰਦੇ ਨੇ, ਬੇਅਰ ਕਰਦੇ ਨੇ। ਸੋ ਅਗਰ ਫਾਰਮੂਲਾਜ਼ ਦੀ ਗੱਲ ਕਰਦੇ ਹਾਂ, ਫਾਰਮੂਲਾ ਕੀ ਨੇਗੇ ਟੈਟਰਾਕ੍ਰੋਨਿਕ ਲਈ, ਫਾਰਮੂਲਾ ਕੀ ਹੈਗਾ, RT is equal to cos 180 under root BC divided by, ਇਹ ਦੇਖੋ ਫਾਰਮੂਲਾ ਤੁਹਾਡੇ ਕੋਲ ਸਾਹਮਣੇ ਤੁਹਾਨੂੰ ਵਿਜ਼ੀਬਲ ਹੋ ਰਿਹਾ, ਇੱਥੇ ABCD that represents in the fourfold table, means ਇਹ ਸਾਡੇ ਕੋਲ ਕੀ ਹੈ, ਇਸ ਤਰੀਕੇ ਨਾਲ ਹੀ ਸਾਨੂੰ ਬਣ ਕੇ ਆਏਗਾ। then ਇਹ ਟੇਬਲ ਕਿਵੇਂ ਬਣਦਾ, ਦੇਖੋ fourfold table ਕਿਵੇਂ ਬਣੇਗਾ, y variable, x variable, A B C and D, here total of this from this column, total of this column, and here this one and this one. Similarly formula for phi coefficient, formula same ਹੋਏਗਾ, formula ਕੀ ਕਰਾਂਗੇ ਅਸੀਂ, formula ਸਾਡੇ ਕੋਲ ਇਹ ਹੋਏਗਾ, ਬਟ ਜਿਹੜਾ fourfold table ਬਣੇਗਾ ਉਹ table ਇਸ ਤਰੀਕੇ ਨਾਲ ਹੀ ਬਣੇਗਾ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕੁਝ ਜਿਹੜੀਆਂ ਵੈਲਿਊਜ਼ ਅਸੀਂ ਲੈ ਰਹੇ ਹਾਂ, ਲਾਈਕ ਫॉर एग्जांपल ਦੇਖੋ AD minus BC, ਠੀਕ ਹੈ, as the numerator, and denominator ਚ ਕੀ ਆਏਗਾ, AB CD BD and AC, ਇਹ ਚਾਰੋਂ ਆਉਣਗੇ। ਸੋ ਇੱਥੇ ਕੀ ਆ, ਸਾਡੇ ਕੋਲ ਇਹ ਵੀ fourfold table ਦੇ ਅੰਡਰ ਹੀ ਆਏਗਾ। ਤੇ ਇੱਥੇ ਜਦੋਂ ਅਸੀਂ ਐਗਜ਼ਾਮਪਲ ਲੈਣਾ, ਲਾਈਕ ਅਸੀਂ ਕਹਿੰਦੇ ਕਿ ਇੱਥੇ ਇੱਕ ਐਗਜ਼ਾਮਪਲ ਲੈ ਰਹੇ ਹਾਂ, ਵੋਕੇਸ਼ਨਲੀ ਐਡਜਸਟਡ, ਜਿਹਦੇ ਚ ਅਸੀਂ ਵੈਲ ਐਡਜਸਟਡ ਤੇ ਪੂਅਰਲੀ ਐਡਜਸਟਡ ਡਿਵਾਈਡ ਕਰ ਲੈਣਾ, ਸੋਸ਼ਲੀ ਐਡਜਸਟ ਵੈਲ ਐਡਜਸਟਡ ਐਂਡ ਪੂਅਰਲੀ ਐਡਜਸਟਡ, ਜਿਵੇਂ ਗਿਵਨ ਬਿਲੋ ਤੁਹਾਡੇ ਕੋਲ ਇੱਥੇ ਇੱਕ ਐਗਜ਼ਾਮਪਲ ਆ ਰਹੀ ਹੈ। ਦੇਖੋ ਇਸ ਐਗਜ਼ਾਮਪਲ ਨੂੰ ਮੈਂ ਹੁਣ ਸੋਲਵ ਕਰਾਂਗੀ, ਤੇ ਇਹ ਐਗਜ਼ਾਮਪਲ ਦੇਖੋ ਧਿਆਨ ਨਾਲ, ਇਹ ਐਗਜ਼ਾਮਪਲ ਦੇ ਵਿੱਚ ਕੀ ਹੈ ਜੀ, ਅਸੀਂ ਡਿਕੋਟਮੀ ਯੂਜ਼ ਕੀਤੀ ਹੈ, ਜਾਂ ਵੇਰੀਏਬਲ ਨੂੰ ਟੂ ਪਾਰਟਸ ਵਿੱਚ ਕੱਟ ਕੀਤਾ। ਉਹ ਜਿਹੜਾ ਅਸੀਂ ਕੱਟ ਕਰ ਰਹੇ ਹਾਂਗੇ, ਤੇ ਕਟਿੰਗ ਸਾਡੀ ਜਿਹੜੀ ਵੇਰੀਏਬਲ ਸੀ ਉਹ ਕੀ ਹੈ ਕਿ ਸਾਡੇ ਕੋਲ ਆਰਟੀਫਿਸ਼ਲੀ ਕਟਿੰਗ,
एक साडे कोल की आ गई कुछ वैल्यूज आ गई तुहानू दिखाई दे रही ने तुहाडे सामने ने ए वैल्यू देखो लाइक फॉर एग्जांपल ए आ गया ए बी आ गया टेबल असी 4 फोल्डर टेबल वही यूज किया सिर्फ मैं की कर दिता उसकी जगह तो उहदियां वैल्यूज पुट कर दी दीज आर द 4 वैल्यूज ठीक है जी इस तरीके नाल इन्हां दे साइड ते इधरों इस चीज का प्लस आ रहा ते इस चीज का प्लस आ रहा ते बॉटम ते प्लस आ रहा हुण साडे कोल फार्मूला है ਅਸੀਂ ਫਾਰਮੂਲਾ ਚ ਵੈਲਿਊਜ਼ ਕੀ ਕਰਨੀ ਨੇ ਪੁੱਟ ਕਰਨੇ ਨੇ cos ਤੁਹਾਡਾ ਬਿਲਕੁਲ ਐਂਡ ਤੇ ਜਾ ਕੇ cos ਦੀ ਵੈਲਿਊ ਅਸੀਂ ਯੂਜ਼ ਕਰਾਂਗੇ ਅਦਰਵਾਈਜ਼ ਕੀ ਹੈ ਪਹਿਲਾਂ ਅਸੀਂ ਪੂਰੇ ਸਮ ਨੂੰ ਸੋਲਵ ਕਰ ਦੇਣਾ 180 ਡਿਗਰੀ ਇਨਟੂ ਅੰਡਰ ਰੂਟ BC ਇੱਥੇ ਸਾਈਡ ਤੇ ਫਾਰਮੂਲਾ ਲਿਖਿਆ ਹੈਗਾ ਮੈਂ ਉਹੀ ਵੈਲਿਊਜ਼ ਪੁੱਟ ਕਰ ਰਹੀ ਹਾਂ ਅੰਡਰ ਰੂਟ AD ਪਲੱਸ ਅੰਡਰ ਰੂਟ BC ਠੀਕ ਹੈ ਜੀ ਸਾਡੇ ਕੋਲ ਕੀ ਆ ਗਏ ਤੇ ਹੁਣ ਜੇ ਮੈਂ ਇਹਦੇ ਚ ਅੱਗੇ ਗੱਲ ਕਰਾਂ ਤਾਂ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਤੇ ਇਹ ਫਾਰਮੂਲਾ ਡਿਵਾਈਡ ਕੀਤਾ ਇੱਥੇ ਮੈਂ ਕੀ ਕਰ ਰਹੀ ਹਾਂ ਇੱਥੇ ਸਟੈਪ ਫੋਲੋ ਕਰ ਰਹੀ ਹਾਂ ਜਿਹੜਾ ਅਸੀਂ ਮੈਥ ਚ ਯੂਜ਼ ਕਰਦੇ ਹਾਂ ਤੁਸੀਂ ਇੱਥੇ ਬਸ ਇਹ ਸਟੈਪ ਜ਼ਰੂਰੀ ਹੈ ਇੱਥੇ ਇੱਕ ਸਟੈਪ ਯੂਜ਼ ਹੋਏਗਾ ਦਿਸ ਵਨ ਇਸ ਸਟੈਪ ਦੇ ਵਿੱਚ ਮੈਂ ਕੀ ਕਰ ਰਹੀ ਹਾਂ ਡਿਵਾਈਡ ਡਿਨੋਮੀਨੇਟਰ ਐਂਡ ਨਿਊਮੀਨੇਟਰ ਬਾਈ ਅੰਡਰ ਰੂਟ 288 ਜਾਂ ਇਹ ਯਾਦ ਰੱਖ ਲਓ ਜਾਂ ਇਹ ਚੀਜ਼ ਮਾਈਂਡ ਚ ਰੱਖੋ ਵੀ ਅਸੀਂ ਡਿਨੋਮੀਨੇਟਰ ਤੇ ਨਿਊਮੀਨੇਟਰ ਨੂੰ ਕਿੰਨਾ ਡਿਵਾਈਡ ਕਰਨਾ ਅੰਡਰ ਰੂਟ BC ਨਾਲ ਤੇ ਇੱਥੇ ਮੈਂ ਉਹੀ ਚੀਜ਼ ਅਪਲਾਈ ਕਰ ਰਹੀ ਹਾਂ ਦੇਖੋ ਮੈਂ ਕੀ ਕਰ ਦਿੱਤਾ ਡਿਵਾਈਡ ਕਰ ਦਿੱਤਾ ਓਕੇ ਸੋ ਅੱਗੇ ਜੇ ਮੈਂ ਅੱਗੇ ਮੂਵ ਕਰਦੀ ਹਾਂ ਦੇਖੋ ਇਹ ਡਿਵਾਈਡ ਕੀਤਾ ਇਹ ਡਿਵਾਈਡ ਕਰਕੇ ਕਿੰਨਾ ਆ ਗਿਆ ਇੱਥੇ ਇਹ ਡਿਵਾਈਡ ਕਰਕੇ 1 ਆਏਗਾ ਮੈਂ 1 ਨਹੀਂ ਲਿਖਿਆ ਕਿਉਂਕਿ ਕੋਈ ਇਹ ਐਜ਼ ਇਟ ਇਜ਼ ਰਹਿ ਗਿਆ ਤੇ ਇਹ ਜਿਹੜੀ ਵੈਲਿਊ ਹੈ ਇਹ ਵੀ ਕੀ ਆ ਗਈ 1 ਆ ਨੈਕਸਟ ਸਟੈਪ ਦੇ ਵਿੱਚ ਕੀ ਕੀਤਾ ਹੈਗਾ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ ਸੋਲਵ ਕੀਤਾ ਇਹਦੇ ਚ ਮੈਂ ਹੁਣ ਦੋਨਾਂ ਚ ਅਲੱਗ-ਅਲੱਗ ਅੰਡਰ ਰੂਟ ਆ ਜੇ ਅਸੀਂ ਇਹਨੂੰ ਅਲੱਗ-ਅਲੱਗ ਅੰਡਰ ਰੂਟ ਦੀ ਜਗ੍ਹਾ ਤੇ ਮੈਂ ਇਹਨੂੰ ਇਸ ਤਰ੍ਹਾਂ ਲਿਖਦਾ ਡਿਵਾਈਡ ਬਾਈ 288 ਆਈ ਥਿੰਕ देयर इज नो डिफरेंस ਠੀਕ ਹੈ ਹੁਣ ਮੈਂ ਕੀ ਕੀਤਾ ਇਹਨੂੰ ਕੁਝ ਨਹੀਂ ਕੀਤਾ ਫਸਟ ਸਟੈਪ ਇਹੀ ਕੀਤਾ ਡਿਵਾਈਡ ਕੀਤਾ 1008 ਨੂੰ 288 ਨਾਲ ਡਿਵਾਈਡ ਕਰ ਦਿਆ ਠੀਕ ਹੈ ਇਹ ਡਿਵਾਈਡ ਕਰਕੇ ਕੀ ਆ ਗਿਆ 3.5 ਬਟ ਅੰਡਰ ਰੂਟ ਫਿਲਹਾਲ ਸਟਿਲ ਇਹਦੇ ਤੇ ਸਾਡੇ ਕੋਲ ਹੈ ਤੇ ਨੈਕਸਟ ਸਟੈਪ ਦੇ ਵਿੱਚ ਕੀ ਕੀਤਾ ਇਹਦਾ ਇਹ ਅੰਡਰ ਰੂਟ ਨੂੰ ਸੋਲਵ ਕਰ ਦਿੱਤਾ +1 ਇੱਥੇ ਜਾ ਕੇ ਮੈਂ ਬਿਲਕੁਲ ਐਂਡ ਤੇ ਜਿਹੜਾ ਇਹ +1 ਆ ਇਹਨੂੰ ਮੈਂ ਕੀ ਕਰ ਰਹੀ ਹਾਂ ਐਡ ਕਰ ਰਹੀ ਹਾਂ ਐਡ ਕਰਨ ਤੋਂ ਬਾਅਦ ਇਹ ਵੈਲਿਊ ਆਈ ਠੀਕ ਹੈ ਤੇ ਇਹ ਵੈਲਿਊ ਹੁਣ ਸਾਡੇ ਕੋਲ ਕੀ ਆ ਗਈ ਨੂੰ ਰਾਉਂਡ ਅਪ ਜੇ ਅਸੀਂ ਦੇਖਦੇ ਹਾਂ ਕਿਉਂਕਿ ਟੇਬਲ ਜਿਹੜਾ ਦੇਖਾਂਗੇ ਅਸੀਂ cos ਦਾ ਉਹ ਟੇਬਲ ਦੇ ਵਿੱਚ ਕੀ ਹੈ ਸਾਡੇ ਕੋਲ ਰਾਉਂਡ ਅਪ ਵੈਲਿਊ ਦੇ ਅਕੋਰਡਿੰਗ ਦੇ ਸਾਨੂੰ ਰਾਉਂਡ ਕਰਨੀ ਪੈਗੀ ਵੈਲਿਊ ਤੋਂ ਮੈਂ 62.71 ਨੂੰ ਇਹ ਰਾਉਂਡ ਅਪ ਵੈਲਿਊ ਕਰ ਲਈ ਸੋ ਇਹ ਜਿਹੜੀ ਰਾਉਂਡ ਅਪ ਵੈਲਿਊ ਹੈ ਇਹ ਅਸੀਂ ਕਿੱਥੇ ਦੇਖਾਂਗੇ ਟੇਬਲ 'ਚ ਦੇਖਾਂਗੇ ਅਕੋਰਡਿੰਗ ਟੂ ਟੇਬਲ ਸਾਡੇ ਕੋਲ ਇਹ ਵੈਲਿਊ ਆ ਰਹੀ ਹੈ ਤੋਂ ਅਸੀਂ ਇਹ ਹੁਣ ਟੇਬਲ ਕਿੱਥੇ ਆ ਇਹ ਟੇਬਲ ਤੁਸੀਂ ਖੁਦ ਸਰਚ ਕਰੋਗੇ ਤੁਹਾਡੇ ਕੋਲ ਬੁੱਕਸ ਨੇਗੀਆਂ ਤੁਸੀਂ ਚਾਹੇ ਲਕੇਸ਼ ਕੌਲ ਦੀ ਬੁੱਕ ਦੇਖ ਲਓ ਜਾਂ ਗੈਰਟ ਦੀ ਬੁੱਕ ਦੇਖ ਲਓ ਉਹਨਾਂ ਬੁੱਕਸ ਦੇ ਵਿੱਚ ਅਵੇਲੇਬਲ ਨੇ ਮੈਂ ਲਿਖ ਰਹੀ ਹਾਂ ਫਰੋਮ ਲਕੇਸ਼ ਕੌਲ ਇਟਸ ਟੇਬਲ M on this page and from Garrett this is table J ਸੋ ਇਹ ਟੇਬਲ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇਹ ਟੇਬਲਸ ਤੋਂ ਇਹਨਾਂ ਵੈਲਿਊਜ਼ ਦਾ ਕੀ ਹੋਏਗਾ ਪਤਾ ਚੱਲ ਜਾਏਗਾ ਤੁਸੀਂ ਉੱਥੋਂ ਈਜ਼ੀਲੀ ਇਹਨਾਂ ਵੈਲਿਊਜ਼ ਨੂੰ ਕੀ ਕਰ ਸਕਦੇ ਹੋਗੇ ਦੇਖ ਸਕਦੇ ਹੋ ਠੀਕ ਹੈ ਜੀ ਚਲਿਏ ਅੱਗੇ ਸੋ ਨੈਕਸਟ ਅਸੀਂ ਮੂਵ ਕਰਦੇ ਹਾਂ ਇਹਦੇ ਚ ਨੈਕਸਟ ਸਟੈਪਸ ਨੈਕਸਟ ਮੈਂ ਇੱਕ ਹੋਰ ਡਾਟਾ ਲਿਆ ਤੁਹਾਡੇ ਕੋਲ क्योंकि मैं दोनों फॉर्मूलाज ਨੂੰ ਕਰਾਉਣਾ ਹੈ ਇੱਥੇ ਡਾਟਾ ਕੀ ਲੈ ਰਹੀ ਹਾਂ 100 ਸਟੂਡੈਂਟਸ ਦਾ ਡਾਟਾ ਹੈਗਾ ਆਈਟਮ 1 ਐਂਡ ਆਈਟਮ 2 ਹੁਣ ਜਦੋਂ ਜਿੱਥੇ ਗੱਲ ਹੋ ਰਹੀ ਹੈ ਆਈਟਮ 1 ਤੇ ਆਈਟਮ 2 ਦੀ ਦੈਟ ਮੀਨਸ ਕਿ ਆਈਟਮ ਦੇ ਵਿੱਚ ਕੀ ਹੋਏਗਾ ਸਕੋਰ ਜਾਂ ਤਾਂ ਯੈਸ ਹੋਏਗਾ ਜਾਂ ਨੋ ਹੋਏਗਾ ਸੋ ਇੱਥੇ ਕਿਹੜਾ ਫਾਰਮੂਲਾ ਲੱਗੇਗਾ 5 ਕੋਐਫੀਸ਼ੀਐਂਟ ਦਾ ਫਾਰਮੂਲਾ ਲੱਗੇਗਾ ਸੋ ਇੱਥੇ ਆਈਟਮ 1 ਦਾ ਸਕੋਰ ਹੈ ਆਈਟਮ 2 ਦਾ ਸਕੋਰ ਹੈ ਤੇ ਅਸੀਂ ਇਸੇ ਇਹਦੇ ਤੇ ਕੀ ਲਗਾ ਰਹੇ ਹਾਂ ਕਿ ਹੁਣ ਫਾਰਮੂਲਾ ਲਗਾ ਰਹੇ ਹਾਂ ਦੂਸਰਾ 5 ਕੋਐਫੀਸ਼ੀਐਂਟ ਵਾਲਾ ਦੇਖੋ ਧਿਆਨ ਨਾਲ ਹੁਣ ਇਸ ਫਾਰਮੂਲਾ ਦੇ ਵਿੱਚ ਕੀ ਹੈ ਇੱਕ ਤਾਂ ਸਾਡੇ ਕੋਲ ਆ ਟੋਟਲ ਚਾਹੀਦੇ ਨੇ ਸਾਨੂੰ ਦੇਖੋ ਚਾਰੋਂ ਇੱਥੇ ਆ ਰਹੇ ਨੇ ਇੱਕ ਸਾਨੂੰ ਚਾਹੀਦਾ ਇਹਨਾਂ ਦੀ ਮਲਟੀਪਲੀਕੇਸ਼ਨ ਇੱਕ ਇਹਨਾਂ ਦੀ ਮਲਟੀਪਲੀਕੇਸ਼ਨ ਇਹ ਸਾਰੀਆਂ ਵੈਲਿਊਜ਼ ਆ ਗਈਆਂ ਤਾਂ ਅਸੀਂ ਈਜ਼ੀਲੀ 5 ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ ਕਲੀਅਰ ਚਲੋ ਜੀ ਸੋ ਇਹ ਹੁਣ ਤੁਹਾਡੀ ਪ੍ਰੈਕਟਿਸ ਆ ਤੁਸੀਂ ਇਹਨਾਂ ਸਮਝ ਨੂੰ ਕਰਨਾ ਹੈਗਾ ਸੋਲਵ ਕਰਨਾ ਅੱਗੇ ਹੈ ਐਡਵਾਂਟੇजेस ਤੇ ਲਿਮਿਟੇਸ਼ਨਸ ਜੋ ਹੈ ਕਿਉਂਕਿ ਹਰ ਮੈਥਡ ਦੇ ਵਿੱਚ ਕੁਝ ਨਾ ਕੁਝ ਪੋਜ਼ਿਟਿਵ ਸਾਨੂੰ ਮਿਲੇਗਾ ਤੇ ਇੱਥੇ ਜਾਂ ਕਈ ਕਿੰਨੇ ਗਏ ਲਿਮਿਟੇਸ਼ਨਸ ਵੀ ਨਹੀਂ ਇੱਕ ਤਾਂ ਜਿਹੜਾ ਇਹ ਵਾਲਾ ਮੈਥਡ ਆ ਟੈਟਰਾਕਲੋਰਿਕ ਮੈਥਡ ਆ ਸਾਡੇ ਕੋਲ ਇਟਸ ਮੋਰ ਡਿਪੈਂਡੈਂਟ when size of sample is large and less dependent when size of sample is small ਦੂਸਰਾ ਜਿਹੜਾ ਕੱਟ ਆਫ ਵੇਰੀਏਬਲ ਆ that should be close to its median value for obtaining dependentable
correlation ਤੇ ਇੱਕ ਇਹਦੇ ਚ ਅਸੀਂ ਹੋਰ ਕਰਾਂਗੇ AD divide by BC ratio ਜਿਹੜੀ ਆ work well ਉਦੋਂ ਹੀ properly work ਕਰੇਗੀ ਜਦੋਂ size of sample n ਕੀ ਹੋਏਗਾ large ਹੋਏਗਾ ਤੇ ਇੱਕ standard error of different ਜਿਹੜੀ tetrachronic art ਦਾ is it's very complex and is too long to be used practically ਜਿਹੜੇ ਕੱਟ ਆਫ ਵੇਰੀਏਬਲਸ ਨੇ ਉਹ ਐਕਸਟ੍ਰੀਮਸ ਹੁੰਦੇ ਨੇ 0.95 ਤੇ ਹੋਏਗਾ ਜਾਂ ਉਧਰੋਂ 0.05 ਤੇ ਹੋਏਗਾ ਔਰ ਮੋਰ ਦਾ ਟੈਕਨੀਕ ਇਹਨੂੰ ਅਸੀਂ ਕੀ ਕਰ ਸਕਦੇ ਹਾਂ ਕੈਨੋਟ ਬੀ ਯੂਜ਼ਡ ਕਿਉਂਕਿ ਇਹਦੇ ਚ ਕੀ ਹੈ ਬੇਸਿਕਲੀ ਸਾਡਾ ਇਟਸ ਕਲਾਸੀਫਾਈ ਕਿਉਂਕਿ ਇਹ ਡਾਟਾ ਨੂੰ ਕਿੱਥੇ ਕਲਾਸੀਫਾਈ ਕਰਦਾ ਬਿਟਵੀਨ 0.40 ਤੋਂ ਲੈ ਕੇ 0.60 ਤੱਕ ਜਿਹੜਾ ਸਾਈਨ ਆ RT ਦਾ ਇਟਸ ਪੋਜ਼ਿਟਿਵ ਸਾਈਨ ਕੀ ਹੋਏਗਾ ਕਿਉਂਕਿ ਅਸੀਂ ਜਦੋਂ ਵੈਲਿਊ ਲਿਖਾਂਗੇ ਆਨਸਰ ਲਿਖਾਂਗੇ ਜਾਂ ਤਾਂ ਪੋਜ਼ਿਟਿਵ ਆਨਸਰ ਆਏਗਾ ਜਾਂ ਨੈਗੇਟਿਵ ਤਾਂ ਅਸੀਂ RT ਦਾ ਪੋਜ਼ਿਟਿਵ ਸਾਈਨ ਲਿਖਾਂਗੇ ਜਦੋਂ AD ਵੈਲਿਊ ਕੀ ਹੋਏਗੀ ਸਾਡੀ ਐਕਸਟੀਡ ਕਰੇਗੀ BC ਵੈਲਿਊ ਨਾਲੋਂ ਤੇ ਨੈਗੇਟਿਵ ਲਿਖਾਂਗੇ ਜਦੋਂ ਇਹਦਾ ਰਿਵਰਸ ਹੋਏਗਾ ਸੋ there should be a fast dichotomy in both variables ਕਿਉਂਕਿ ਸਾਨੂੰ fourfold classification ਕਰਨ ਦੇ ਲਈ ਕੀ ਚਾਹੀਦੀ ਹੈ ਕਿ dichotomous nature ਚਾਹੀਦਾ tetrachronic can be used to estimate the value of Pearson R ਜਦੋਂ Pearson R ਨੂੰ estimate ਕਰਨਾ ਉਸ ਟਾਈਮ ਵੀ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਜੇ ਇਹਦੇ ਰਿਵਰਸ ਅਸੀਂ ਦੂਸਰੇ ਫਾਈ ਕੋਰਿਲੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਚ ਕੀ ਹੈਗਾ ਇਟਸ ਅ ਵੈਰੀ ਮਚ ਸਿਮਿਲਰ ਵਿਦ ਪੀਅਰਸਨ ਆਰ ਜਿੱਥੇ ਨੂੰ ਯੂਜ਼ ਕਰਦੇ ਹਾਂ ਦੂਸਰਾ ਐਪਲੀਕੇਬਲ ਹੋਏਗਾ ਵੈਨ ਡਾਟਾ ਆਰ ਔਨ ਨੋਮੀਨਲ ਸਕੇਲ ਔਰ ਫ੍ਰੀਕੁਐਂਸੀ ਫਾਰਮ ਤੇ ਇਹਨੂੰ ਜਦੋਂ ਅਸੀਂ ਇਹਨੂੰ ਯੂਜ਼ ਕਰਨਾਗਾ ਤਾਂ ਸਾਡੇ ਕੋਲ ਟਰੂ ਡਿਕੋਟਮਸ ਨੇਚਰ ਹੋਣਾ ਚਾਹੀਦਾ ਫਾਰਮ ਹੋਣੀ ਚਾਹੀਦੀ ਹੈ ਤੇ ਦੂਸਰਾ ਟੈਕਨੀਕ ਜਿਹੜੀ ਆ ਇਟਸ ਹਾਈਲੀ ਐਪਰੋਪ੍ਰੀਏਟ for item analysis or item correlation ਇੱਥੇ ਦੀਆਂ ਜੇ ਲਿਮਿਟੇਸ਼ਨਸ ਦੀ ਗੱਲ ਕਰਦੇ ਆ ਇੱਕ ਤਾਂ ਕਿਉਂਕਿ ਇਹ ਅਸੀਂ ਕਹਿੰਦੇ ਹਾਂ ਕਿ ਇਟਸ ਕੰਸੀਡਰ ਸੇਮ ਐਸ ਪੀਅਰਸਨ ਆਰ ਬਟ ਦ ਅਜੰਪਸ਼ਨਸ ਆਰ ਨਾਟ ਸੈਟੀਸਫਾਈਡ ਸਮਟਾਈਮ ਜਿਹੜੀਆਂ ਪੀਅਰਸਨ ਆਰ ਦੀਆਂ ਅਜੰਪਸ਼ਨਸ ਨੇ ਉਹ ਇੱਥੇ ਸੈਟੀਸਫਾਈ ਨਹੀਂ ਹੁੰਦੀਆਂ ਪੀਅਰਸਨ ਆਰ ਦੇ ਵਿੱਚ ਕੀ ਹੈਗਾ ਲੀਨੀਅਰ ਰਿਲੇਸ਼ਨਸ਼ਿਪ ਆ ਬਟ ਇੱਥੇ ਲੀਨੀਅਰ ਰਿਲੇਸ਼ਨਸ਼ਿਪ ਸਾਨੂੰ ਨਹੀਂ ਮਿਲਦਾ ਟੈਕਨੀਕ ਜਿਹੜੀ ਆ ਇਟਸ ਐਪਲੀਕੇਬਲ ਇਨ ਲਿਮਿਟਡ ਸਿਚੁਏਸ਼ਨਸ ਹਰ ਜਗ੍ਹਾ ਤੇ ਅਸੀਂ ਇਸ ਟੈਕਨੀਕ ਨੂੰ ਯੂਜ਼ ਨਹੀਂ ਕਰ ਸਕਦੇ significance of phi cannot be tested directly but it can be tested by converting it into chi-square value means ਇਹਦੀ ਜਿਹੜੀ significance ਆ ਇਸ ਫਾਰਮੂਲਾ ਦੀ ਅਸੀਂ ਇਹਨੂੰ ਡਾਇਰੈਕਟ ਨਹੀਂ ਦੇਖ ਸਕਦੇ ਸਾਨੂੰ ਉਹਨੂੰ ਦੇਖਣ ਦੇ ਲਈ ਕੀ ਕਰਨਾ ਪਏਗਾ we need to convert it into chi-square chi-square is another technique that we discuss for in advanced next ਜਿਹੜੀਆਂ ਕਲਾਸਿਸ ਆਉਣਗੀਆਂ ਕਿਤੇ ਨਾ ਕਿਤੇ ਅਸੀਂ ਜਾ ਕੇ ਉਹਨੂੰ ਡਿਸਕਸ ਕਰਾਂਗੇ ਕਿ ਸਾਡੀ ਸਿਲੇਬਸ ਦਾ ਪਾਰਟ ਹੈ from unit 3 so ਅੱਗੇ ਅਗਰ ਮੈਂ ਇਹਦੇ ਚ ਅੱਗੇ ਮੂਵ ਕਰਦੀ ਹਾਂ ਕੰਪੈਰੀਜ਼ਨ ਕਿਉਂਕਿ ਮੈਂ ਪਹਿਲਾਂ ਹੀ ਕਿਹਾਗਾ ਦੋਨੋਂ ਟੈਕਨੀਕ ਪੈਰਲਲ ਚੱਲਦੀਆਂ ਨੇ ਦੋਨਾਂ ਚ ਕੁਝ ਜਿਹੜੇ ਨੇ ਕਾਮਨ ਐਸਪੈਕਟਸ ਨੇ ਕੁਝ ਉਹਨਾਂ ਚ ਚੇਂਜ ਡਿਫਰੈਂਸ ਵੀ ਨੇਗੇ ਕਾਮਨ ਕੀ ਹੈ ਇੱਕ ਤਾਂ ਸਭ ਤੋਂ ਵੱਡੀ ਗੱਲ ਦੋਨੋਂ ਟੈਕਨੀਕਸ ਦੇ ਵਿੱਚ 4-fold ਟੇਬਲ ਬਣਦਾ ਤੇ ਦੋਨਾਂ ਦੇ ਵਿੱਚ ਕੀ ਹੈ ਬਸ ਡਿਫਰੈਂਸ ਕੀ ਹੈਗਾ 4-fold ਟੇਬਲ ਦੇ ਵਿੱਚ ਜੋ ਸਾਡੇ ਕੋਲ ਫਾਈ ਆ ਉਹਦੇ ਚ ਅਸੀਂ ਟਰੂ ਡਿਕੋਟਮੀ ਕਰਦੇ ਹਾਂ ਤੇ ਦੂਸਰੇ ਦੇ ਵਿੱਚ ਕੀ ਹੈ ਸਾਡੇ ਕੋਲ ਅਸੀਂ ਆਰਟੀਫੀਸ਼ੀਅਲ ਡਿਕੋਟਮੀ ਕਰਦੇ ਹਾਂ RT is a better technique for correlation when sample is large size and when continuity in the variable and normality of the distribution ਜਿਹੜੀਆਂ ਇਹ ਕੰਡੀਸ਼ਨਸ ਸੈਟੀਸਫਾਈ ਕਰਦਾ ਉਹ ਜ਼ਰੂਰੀ ਹੈ ਅਜੰਪਸ਼ਨ ਜ਼ਰੂਰੀ ਨਹੀਂ ਵੀ ਇੱਕ ਨਾਰਮਲ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਹੈ ਇੱਕ ਵੇਰੀਏਬਲ ਕੀ ਹੋਣੇ ਚਾਹੀਦੇ ਨੇ that is in continue ਤੇ it's true when variables are split ਕਿਉਂਕਿ ਇਹਦੇ ਚ ਕੀ ਹੈਗਾ variables are tested split at the median phi ਦੇ ਵਿੱਚ phi appropriate technique ਆ correlation ਦੀ ਜਿਹਨੂੰ ਅਸੀਂ ਕਰਦੇ ਹਾਂ truly dichotomous ਤੇ use ਕਰਦੇ ਹਾਂ useful ਆ ਜਦੋਂ item analysis ਕਰਨੀ ਹੈ ਤੇ ਜਿਹੜੀ ਇਹ ਟੈਕਨੀਕ ਨੂੰ ਕੀ ਕਰਦੇ ਹਾਂ ਅਸੀਂ ਐਸਟੀਮੇਟ ਕਰਨ ਲਈ ਉਸ ਪਰਪਸ ਦੀ ਆਈਟਮ ਰਿਲਾਇਬਿਲਿਟੀ ਲਈ ਯੂਜ਼ ਕਰਦੇ ਹਾਂ phi ਕੋਐਫੀਸ਼ੀਐਂਟ ਨੂੰ ਰੇਂਜ ਜਿਹੜੀ RT ਦੀ ਹੈ that is from -1 to +1 but phi cannot be ਕਿਉਂਕਿ phi ਦੇ ਵਿੱਚ ਕੀ ਆ ਅਸੀਂ ਪਹਿਲਾਂ ਹੀ ਕਿਹਾ ਗਿਆ ਕਿ ਇੱਕ ਰੇਂਜ ਸਾਡੀ ਫਿਕਸ ਆ ਤੇ ਇਹਦੇ ਵਿੱਚ ਵੈਲਿਊ ਕੀ ਹੋਏਗੀ that is 0.40 ਤੋਂ ਲੈ ਕੇ 0.60 ਤੇ ਜਿਹੜਾ ਸਟੈਂਡਰਡ ਐਰਰ ਆਫ ਡਿਫਰੈਂਸ ਆ RT is difficult to compute क्योंकि it's always greater than the standard error of the ਜਿਹੜਾ ਸੀ comparable R but ਜਦੋਂ phi ਦੀ ਗੱਲ ਕਰਦੇ ਹਾਂ ਉਹਨੂੰ ਟੈਸਟ ਕਰਨ ਦੇ ਲਈ we need to convert it into chi-square method and we have this is the method for chi-square we have this method chi-square is equal to n into phi square
ਸੋ ਇਹ ਅਸੀਂ ਮੈਥਡ ਨੂੰ ਕੀ ਕਰਦੇ ਆਂਗੇ ਯੂਜ਼ ਕਰਦੇ ਹਾਂ ਠੀਕ ਹੈ ਜੀ ਸੋ ਆਈ ਥਿੰਕ ਇਨ ਨੈਕਸਟ ਸਲਾਈਡ ਸਾਡੇ ਕੋਲ ਹਾਂਜੀ ਸਿਗਨੀਫੀਕੈਂਸ ਆਫ ਪਾਈ ਕੋਐਫੀਸ਼ੀਐਂਟ ਇਹਨੂੰ ਫਾਈਂਡ ਆਊਟ ਕਰਨ ਲਈ ਮੈਂ ਫਾਰਮੂਲਾ ਤੁਹਾਨੂੰ ਦੱਸ ਦਿੱਤਾ ਹੁਣ ਵੈਲਿਊ ਮੈਂ ਕੀ ਲੈ ਰਹੀ ਹਾਂ ਉੱਥੇ ਮੈਂ ਇੱਥੇ ਵੈਲਿਊ ਤੁਹਾਨੂੰ ਹੁਣ ਪਿੱਛੋਂ ਦੇਖਣਾ ਪੈਣਾ ਪੇਜ ਨੰਬਰ 12 ਤੋਂ ਇਹਦੀ ਵੈਲਿਊ ਲੈ ਰਹੀ ਹਾਂ ਪਾਈ ਦੀ ਵੈਲਿਊ ਉੱਥੋਂ ਲਈ n ਦੀ ਵੈਲਿਊ ਲਈ ਤੇ ਅਸੀਂ ਇਹ ਵੈਲਿਊ ਇੱਥੇ ਪੁੱਟ ਕਰਦੇ ਸਾਡੇ ਕੋਲ ਕੀ ਆ ਗਈ ਕਾਈ ਸਕੁਅਰ ਦੀ ਵੈਲਿਊ ਆ ਗਈ ਡਿਗਰੀ ਆਫ ਫਰੀडम ਨੰਬਰ ਆਫ ਵੇਰੀਏਬਲਸ ਦੇ ਅਕੋਰਡਿੰਗ ਦੱਸੋ ਇਹ ਚੀਜ਼ ਜਿਹੜੀ ਆ ਲੇਟਰ ਔਨ ਜਦੋਂ ਪਾਈ ਸਕੁਅਰ ਤੁਸੀਂ ਕਾਈ ਸਕੁਅਰ ਕਰੋਗੇ ਉੱਥੇ ਜਾ ਕੇ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆ ਜਾਏਗਾ ਕਿਉਂਕਿ ਕਾਈ ਸਕੁਅਰ ਯੂਜ਼ ਕਰਦੇ ਆ ਨਲ ਹਾਈਪੋਥੇਸਿਸ ਨੂੰ ਰਿਜੈਕਸ਼ਨ ਔਰ ਅਸੈਪਟੈਂਸ ਲਈ ਜਦੋਂ ਮੈਂ ਤੁਹਾਨੂੰ ਉਹ ਵਾਲਾ ਟੌਪਿਕ ਕਰਾਵਾਂਗੀ ਉੱਥੇ ਇਸ ਚੀਜ਼ ਦੀ ਤੁਹਾਨੂੰ ਜ਼ਿਆਦਾ ਕਲੈਰੀਫਿਕੇਸ਼ਨ ਹੋ ਜਾਏਗੀ ਤੇ ਇਸ ਤਰੀਕੇ ਨਾਲ ਹੀ ਅਸੀਂ ਕਰ ਸਕਦੇ ਹਾਂ ਸਟੈਂਡਰਡ ਐਰਰ ਇੱਥੇ ਫਾਈਂਡ ਆਊਟ ਕਰ ਸਕਦੇ ਹਾਂ ਸੋ ਆਈ ਥਿੰਕ ਯੈਸ ਸੋ ਦੂਸਰਾ ਹੈ ਕੋਐਫੀਸ਼ੀਐਂਟ ਜਿਹੜੇ ਇੰਟਰਵਲ ਫਾਈਂਡ ਆਊਟ ਕਰਨੇ ਇਹ ਪਿੱਛੇ ਮੈਂ ਤੁਹਾਨੂੰ ਦੱਸਿਆ ਤੁਸੀਂ ਅਸੀਂ ਇਸ ਤਰੀਕੇ ਨਾਲ ਕੀ ਕਰ ਸਕਦੇ ਹਾਂ ਇਹਦੇ ਇੰਟਰਵਲਸ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਵੈਲਿਊਜ਼ ਨੂੰ ਤੇ देयर इज वन इंपॉर्टेंट पॉइंट in tetrachronic coefficient ਕਈ ਵਾਰੀ ਕੀ ਆ if like for example ਸਾਡੇ ਕੋਲ ਵੈਲਿਊ ਆ ਰਹੀ ਹੈ cos 94.98 ਇੱਕ ਕੁਐਸਚਨ ਆਏਗਾ ਤੁਹਾਡੇ ਕੋਲ ਜਦੋਂ ਸੋਲਵ ਕਰੋਗੇ ਫਿਰ ਤੁਹਾਨੂੰ ਡਾਊਟਸ ਜਦੋਂ ਆਉਣਗੇ ਫਿਰ ਪਤਾ ਚੱਲੇਗਾ ਇੱਕ ਕਿਸ ਤਰ੍ਹਾਂ ਦਾ ਹੀ ਕੁਐਸਚਨ ਆਏਗਾ ਤੁਹਾਡੇ ਕੋਲ ਇੱਥੇ ਅਸੀਂ ਯਾਦ ਕਰ ਦਿਆਂਗੇ ਇਹਨੂੰ ਪਹਿਲਾਂ ਅਸੀਂ ਇਸ ਤਰ੍ਹਾਂ ਲਿਖਾਂਗੇ cos 180 94.99 ਕਿਉਂਕਿ ਸੇਮ ਵੈਲਿਊ ਆ ਤੇ ਇਹਨੂੰ ਹੁਣ ਮੈਂ ਦੇਖੋ ਲਿਖਣ ਦਾ ਤਰੀਕਾ ਕਿ ਇਹਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ that is minus cos 85.02 ਇਹ ਹੁਣ ਸੋਲਵ ਕਰਕੇ ਦੇਖਦੇ ਹਾਂ ਮੈਂ ਇਹਦੇ ਚੋਂ ਇਹਨੂੰ ਲੈਸ ਕਰ ਰਹੀ ਹਾਂ ਠੀਕ ਹੈ ਸੋ ਜਿਹੜੀ ਇਹ ਕੀ ਆ ਗਿਆ ਇਹਨੂੰ ਰਾਉਂਡ ਅਪ ਕਰਤਾ cos 85 ਸੋ ਟੇਬਲ ਤੋਂ cos 85 ਦੀ ਕੀ ਦੇਖੀ ਵੈਲਿਊ ਦੇਖੀ ਇੱਕ ਚੀਜ਼ ਧਿਆਨ ਦਿਓ ਮੈਂ ਇੱਥੇ ਮਾਈਨਸ ਲਗਾ ਰਹੀ ਹਾਂ ਇਹਦਾ ਮਾਈਨਸ ਦਾ ਮਤਲਬ ਕੀ ਆ ਜਿਹੜਾ ਇੱਕ ਫਾਰਮੂਲਾ ਹੁੰਦਾ ਮੈਥ ਵਾਲਿਆਂ ਨੂੰ ਪਤਾ ਹੋਏਗਾ ਕਿ ਕੋਈ ਬੱਚਾ ਹੈਗਾ ਤੇ cos ਜਿਹੜਾ ਆਪਣੇ ਕੋਲੇ 180 ਮਾਈਨਸ ਥੀਟਾ ਕਿੰਨਾ ਹੁੰਦਾ cos 180 minus theta is equal to minus cos theta. So वही मैं लगा रही हूँ this is minus cos theta ये वैल्यू बन के आ गई साढ़े कोल. So इत्थे जदों ਅਸੀਂ वैल्यू ਨੂੰ ਲਗਾ ਰਹੇ ਹਾਂ ਤਾਂ 8 cos 85 ਟੇਬਲ ਤੋਂ ਵੈਲਿਊ ਦੇਖਾਂਗੇ ਸਾਡੇ ਕੋਲ ਹੀ ਆ ਗਈ ਠੀਕ ਹੈ ਇੱਕ ਮੈਂ ਤੁਹਾਨੂੰ ਇਹ ਜ਼ਰੂਰ ਕਿਹਾ ਸੀ ਜਿਹੜੀ ਵੈਲਿਊ ਹੈਗੀ ਉਹ ਸਾਡੇ ਕੋਲ ਕੀ ਹੋ ਸਕਦੀ ਹੈ ਨੈਗੇਟਿਵ ਵੀ ਹੋ ਸਕਦੀ ਹੈ ਪੋਜ਼ਿਟਿਵ ਵੀ ਹੋ ਸਕਦੀ ਹੈ ਠੀਕ ਹੈ ਉਹ ਡਿਪੈਂਡ ਕਰਦਾ ਹੁਣ ਵੈਲਿਊ ਤੇ ਵੀ ਅਸੀਂ ਕਿਵੇਂ ਉਹਨੂੰ ਸੋਲਵ ਕਰ ਰਹੇ ਹਾਂ ਇੱਕ ਇਹਦਾ ਅਲਟਰਨੇਟ ਮੈਥਡ ਆ ਆਰਟੀ ਨੂੰ ਫਾਈਂਡ ਆਊਟ ਕਰਨ ਦਾ ਇਹ ਟੇਬਲ ਐਸਟੀਮੇਸ਼ਨ ਵੈਲਿਊ ਆ ਇਹਦੇ ਲਈ ਤੁਹਾਡੇ ਕੋਲ ਨਾ ਜਦੋਂ ਤੁਸੀਂ ਟੇਬਲਸ ਦੇਖੋਗੇ ਤੁਹਾਨੂੰ ਇੱਕ ਟੇਬਲ ਮਿਲੇਗਾ ਇਹੀ AD over BC ਟੇਬਲ ਤੇ ਉਹ ਟੇਬਲ ਐਸਟੀਮੇਟਡ ਟੇਬਲ ਆ ਉਸ ਟੇਬਲ ਤੋਂ ਅਸੀਂ ਸਿੱਧੀ ਹੀ ਇਹਦੀ ਵੈਲਿਊ ਨੂੰ ਕੀ ਕਰ ਸਕਦੇ ਹਾਂਗੇ ਫਾਈਂਡ ਆਊਟ ਕਰ ਸਕਦੇ ਹਾਂ ਦੈਟਸ ਆਲ ਅਬਾਊਟ ਦਿਸ ਟੌਪਿਕ ਕਿਉਂਕਿ ਜਿੰਨਾ ਕਿ ਮੈਨੂੰ ਇਹਦੇ ਤੇ ਸੀਗਾ ਤੁਹਾਡੇ ਨਾਲ ਡਿਸਕਸ ਕਰਨ ਵਾਲਾ ਇਟਸ ਆਲ ਅਬਾਊਟ ਦਿਸ ਟੌਪਿਕ ਇਹਦੀਆਂ ਰਿਲੇਟਡ ਐਗਜ਼ਾਮਪਲਸ ਫਿਰ ਮੈਂ ਤੁਹਾਨੂੰ ਕਹਾਂਗੀ LMS ਤੇ ਪਈਆਂ ਨੇ ਤੁਸੀਂ ਉਹਨਾਂ ਐਗਜ਼ਾਮਪਲਸ ਨੂੰ ਸੋਲਵ ਕਰੋ ਜਿੱਥੇ ਡਾਊਟ ਲੱਗਦਾ ਦੈਨ ਯੂ ਕੈਨ ਡਿਸਕਸ ਵਿਦ ਮੀ ਸੋ ਇਹ ਤੁਹਾਡੇ ਕੋਲ ਮੈਥਡਸ ਨੇ ਇਹਦੇ ਲਈ ਟੇਬਲ ਵੈਲਿਊ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੁਹਾਡੀਆਂ ਬੁੱਕਸ ਦੇ ਵਿੱਚ ਮਿਲੇਗੀ just wait yes मैं ਤੁਹਾਨੂੰ ਸਕਰੀਨ ਸ਼ੇਅਰ ਕਰਕੇ ਦਿਖਾ ਦਿੰਨੀ ਆ ਹਾਂਜੀ ਟੇਬਲ ਮੈਂ ਤੁਹਾਨੂੰ ਬੋਲਿਆ ਸੀ ਟੇਬਲ M ਤੁਸੀਂ ਦੇਖ ਸਕਦੇ ਹੋ yes is it visible okay so this is a table M ਇੱਥੇ ਹੁਣ ਦੇਖੋ ਤੁਹਾਡੇ ਕੋਲ ਕੀ ਹੈ ਐਂਗਲਸ ਨੇ ਐਂਗਲ ਦੇ ਅਕੋਰਡਿੰਗ cos ਦੀ ਵੈਲਿਊ ਹੈ ਜੇ ਸਾਡੇ ਕੋਲ ਐਂਗਲ ਲਾਈਕ ਫॉर ਐਗਜ਼ਾਮਪਲ ਹੁਣ ਇੱਥੇ ਤੁਹਾਡੇ ਕੋਲ ਕੀ ਆਏਗਾ ਐਂਗਲ ਮੈਕਸਿਮਮ 90 ਤੱਕ ਆਏਗਾ ਤੇ ਉਸ ਤੋਂ ਫਰਦਰ ਜੇ ਐਂਗਲਸ ਕੱਢਨੇ ਨੇ ਤਾਂ ਸਾਨੂੰ ਇਸ ਚੀਜ਼ ਨੂੰ ਕੀ ਕਰਨਾ ਪਏਗਾ ਦੂਸਰੇ ਤਰੀਕੇ ਨਾਲ ਮੂਵ ਕਰਨਾ ਪਏਗਾ ਠੀਕ ਹੈ ਜੀ ਇਹ ਤੁਹਾਡੇ ਨਾਲ ਆਲਰੇਡੀ LMS ਤੇ ਸ਼ੇਅਰਡ ਆ ਮੈਂ ਕੋਈ ਨਵਾਂ ਟੌਪਿਕ ਨਹੀਂ ਯੂਜ਼ ਕਰ ਰਹੀ ਤੇ ਇੱਕ ਤੁਹਾਡੇ ਕੋਲ ਟੇਬਲ ਮੈਂ ਤੁਹਾਨੂੰ ਇੱਕ ਟੇਬਲ ਕਹਿ ਰਹੀ ਹਾਂ M ਤੇ ਇੱਕ ਟੇਬਲ ਤੁਹਾਡੇ ਕੋਲ ਹੋਰ ਤੁਹਾਨੂੰ ਮਿਲੇਗਾ ਉਹ ਇਸ ਟਾਈਮ ਮੇਰੇ ਕੋਲ ਨਹੀਂ ਹੈ ਟੇਬਲ ਐਨੀਹੋ ਉਹ ਟੇਬਲ ਤੁਹਾਡੇ ਨਾਲ ਮੈਂ ਲੇਟਰ ਔਨ ਡਿਸਕਸ ਕਰ ਲਾਂਗੀ ਦਿਖਾ ਦਾਂਗੀ ਤੁਹਾਨੂੰ that's all about this topic so please practice this topic for your perfection क्योंकि otherwise ਤੁਹਾਨੂੰ ਪ੍ਰੋਬਲਮ ਆਏਗੀ so thank you very much